ਹੈਲੋ ਮੈਡੀਕਲ ਐਂਡ ਨਰਸਿੰਗ ਮਾਸਟਰਸ। ਅੱਜ ਜਿਹੜਾ ਅਸੀਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਟੌਪਿਕ ਰੈਸਪੀਰੇਟਰੀ ਡਿਸਆਰਡਰਸ ਦੇ ਅੰਡਰ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਅਤੇ ਅਸੀਂ ਇਸ ਬਾਰੇ ਕਾਫੀ ਦੇਰ ਤੋਂ ਬਚਪਨ ਤੋਂ ਹੀ ਸ਼ਾਇਦ ਔਰ ਸਕੂਲ ਡੇਜ਼ ਤੋਂ ਸੁਣਦੇ ਵੀ ਆ ਰਹੇ ਹਾਂ ਕਿ ਬੇਬੀ ਦੀ ਜਿਹੜੀ ਚੈਸਟ ਹੈ ਔਰ ਬੈਕ ਹੈ ਉਸ ਨੂੰ ਜ਼ਿਆਦਾ ਠੰਡ ਨਹੀਂ ਲੱਗਣੀ ਚਾਹੀਦੀ, ਇਸ ਦੇ ਨਾਲ ਨਿਮੋਨੀਆ ਹੋ ਸਕਦਾ ਹੈ। ਇਹ ਆਪਾਂ ਸੁਣਿਆ ਨਾ ਸਭ ਨੇ, ਬਟ ਇਹ ਚੀਜ਼ ਹੈ ਕਿ ਔਰ ਇਸ ਅੰਡਰ ਆਉਂਦਾ ਕੀ ਹੈ। ਤਾਂ ਅੱਜ ਆਪਾਂ ਨਿਮੋਨੀਆ ਦੀ ਡੈਫੀਨੇਸ਼ਨ, ਉਹਦੀ ਪੈਥੋਫਿਜ਼ੀਓਲੋਜੀ, ਟਾਈਪਸ ਐਂਡ ਸਾਈਨ ਐਂਡ ਸਿੰਪਟਮਸ ਪਲੱਸ ਨਰਸਿੰਗ ਮੈਨੇਜਮੈਂਟ ਦੇ ਬਾਰੇ ਸਮਝਾਂਗੇ। ਤਾਂ ਸ਼ੁਰੂ ਕਰਦੇ ਹਾਂ ਨਿਮੋਨੀਆ ਟੌਪਿਕ। ਤਾਂ ਸਭ ਤੋਂ ਪਹਿਲਾਂ ਥੋੜੀ ਜੀ ਅਨਾਟਮੀ ਆਪਾਂ ਇੱਥੇ ਰਿਵਾਈਜ਼ ਕਰ ਲਈਏ। ਆਪਾਂ ਨੂੰ ਪਤਾ ਹੈ, ਆਪਾਂ ਫਸਟ ਈਅਰ 'ਚ ਪੜ੍ਹਿਆ ਹੈ ਕਿ ਟ੍ਰੈਕੀਆ ਅੱਗੇ ਦੋ ਬ੍ਰੌਂਕਾਈ ਜੋ ਹੈ ਬਣਾ ਲੈਂਦੀ ਹੈ, ਠੀਕ ਹੈ ਜੀ। ਬ੍ਰੌਂਕਸ ਜੋ ਹੈ ਇੱਥੇ ਬਣਾ ਲੈਂਦੀ ਹੈ, ਉਸ ਬ੍ਰੌਂਕਸ ਤੋਂ ਬਣਦੇ ਹਨ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਬ੍ਰੌਂਕਾਈ ਐਂਡ ਐਲਵੋਲਾਈ। ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਐਂਡ ਐਲਵੋਲਾਈ ਬਣ ਜਾਂਦੇ ਹਨ, ਠੀਕ ਹੈ ਜੀ। ਬਟ ਨਿਮੋਨੀਆ ਕੀ ਹੈ? ਨਿਮੋਨੀਆ ਇਜ਼ ਦ ਇਨਫਲਾਮੇਸ਼ਨ ਆਫ ਦੀ ਟਰਮੀਨਲ ਬ੍ਰੌਂਕੀਓਲ, ਯਾਨੀ ਕਿ ਜਿਹੜੇ ਆਖਰੀ ਹਿੱਸੇ ਹਨ ਆਹ ਵਾਲੇ ਟਰਮੀਨਲ ਬ੍ਰੌਂਕੀਓਲ ਐਂਡ ਐਲਵੋਲਾਈ, ਇਹਨਾਂ ਦੀ ਇਨਫਲਾਮੇਸ਼ਨ ਨੂੰ ਨਿਮੋਨੀਆ ਕਿਹਾ ਜਾਂਦਾ ਹੈ। ਜਿਸ ਕਾਰਨ ਏਅਰਵੇ ਜੋ ਕਿ ਐਲਵੋਲਾਈ ਤੱਕ ਆਕਸੀਜਨ ਆ ਰਹੀ ਸੀ, ਜਾ ਰਹੀ ਸੀ, CO2, ਉਹਦਾ ਆਣਾ ਜਾਣਾ, ਗੈਸ ਐਕਸਚੇਂਜ ਜੋ ਹੈ ਘਟ ਜਾਂਦਾ ਹੈ, ਠੀਕ ਹੈ ਜੀ। ਕਲੀਅਰ ਹੈ? ਇਨਫਲਾਮੇਸ਼ਨ ਆਫ ਟਰਮੀਨਲ ਬ੍ਰੌਂਕੀਓਲ ਐਂਡ ਦੀ ਐਲਵੋਲਾਈ। ਬਟ ਹੁਣ ਆਪਾਂ ਗੱਲ ਕਰਾਂਗੇ ਨਾਲ ਦੀ ਨਾਲ ਟਾਈਪਸ ਦੇ ਬਾਰੇ। ਟਾਈਪਸ ਨਾ ਸਿਰਫ ਟਾਈਪਸ ਹਨ ਬਟ ਕਾਜ਼ਜ਼ ਵੀ ਕਵਰ ਕਰਦੀਆਂ ਹਨ। ਤਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਐਸਪੀਰੇਸ਼ਨ ਨਿਮੋਨੀਆ ਦੇ ਬਾਰੇ, ਜਿਹਦਾ ਨਾਮ ਹੀ ਹੈ ਐਸਪੀਰੇਟ ਕਰਨਾ, ਕੁਝ ਨਿਗਲ ਜਾਣਾ ਅੰਦਰ। ਕਿਹਦੇ ਤੋਂ ਕਿਹਦੇ ਵਿੱਚ ਨਿਕਲ ਜਾਣਾ? ਆਪਣੀ ਈਸੋਫੇਗਸ ਹੈ ਫੂਡ ਪਾਈਪ, ਇਹਦੇ ਨਾਲ ਹੀ ਪਈ ਹੈ ਟ੍ਰੈਕੀਆ। ਤਾਂ ਈਸੋਫੇਗਸ ਤੋਂ ਕਈ ਵਾਰੀ ਕੁਝ ਆਈਟਮਸ ਜਿਹੜੀਆਂ ਨੇ ਉਹ ਟ੍ਰੈਕੀਆ ਦੇ ਵਿੱਚ ਚਲੀ ਜਾਂਦੀਆਂ ਨੇ, ਟ੍ਰੈਕੀਆ ਦੇ ਵਿੱਚ ਚਲੀਆਂ ਗਈਆਂ। ਕਲੀਅਰ ਹੈ ਜੀ ਗੱਲ? ਹਾਂਜੀ। ਤਾਂ ਐਸਪੀਰੇਸ਼ਨ ਦੇ ਵਿੱਚ ਪਹਿਲਾ ਜਿਹੜਾ ਕਾਜ਼ ਹੈ ਉਹ ਕੀ ਹੈ? ਪਹਿਲਾ ਕਾਜ਼ ਹੈ ਲਾਸ ਆਫ ਰਿਫਲੈਕਸ। ਆਪਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਬ੍ਰੇਨ ਹੈ ਉਹ ਈਸੋਫੇਗਸ ਐਂਡ ਟ੍ਰੈਕੀਆ ਦੇ ਉੱਪਰ ਨਰਵਸ ਦੇ ਰਾਹੀਂ ਕੰਟਰੋਲ ਜਿਹੜਾ ਹੈ ਉਹ ਬਣਾ ਕੇ ਰੱਖਦਾ ਹੈ। ਬਟ ਜੇ ਕਿਸੇ ਨੂੰ ਬ੍ਰੇਨ ਦੀ ਹੀ, ਨਰਵਸ ਸਿਸਟਮ ਦੀ ਹੀ ਪ੍ਰੋਬਲਮ ਆ ਜੇ, ਸਟ੍ਰੋਕ ਹੋ ਜੇ, ਟਿਊਮਰ ਹੋ ਜੇ, ਸੀਜ਼ਰਸ ਦੀ ਪ੍ਰੋਬਲਮ ਹੋਵੇ, CVA ਹੋ ਜੇ, ਮੈਨਿਨਜਾਈਟਿਸ ਹੋ ਜੇ, ਕਈ ਸਾਰੀਆਂ ਬ੍ਰੇਨ ਦੀਆਂ ਡਿਸਆਰਡਰਸ ਨੇ ਜਿਸ ਕਾਰਨ ਬ੍ਰੇਨ ਦਾ ਸਪਾਈਨਲ ਕਾਰਡ ਦਾ ਟ੍ਰੈਕੀਆ ਅਤੇ ਈਸੋਫੇਗਸ ਉੱਪਰ ਕੰਟਰੋਲ ਨਹੀਂ ਰਹਿੰਦਾ, ਜਿਸ ਕਾਰਨ ਕਫ ਜਿਹੜੀ ਹੈ ਉਹ ਨਹੀਂ ਆਊਗੀ। ਕਫ ਨਹੀਂ ਆਊਗੀ ਤਾਂ ਸਕ੍ਰੀਸ਼ਨਸ ਜਿਹੜੀਆਂ ਨੇ, ਡਸਟ ਪਾਰਟੀਕਲਸ ਵਗੈਰਾ, ਬੈਕਟੀਰੀਆ ਵਗੈਰਾ, ਉਹ ਬਾਹਰ ਸਪਿਟ ਆਫ ਜਾਂ ਪੇਸ਼ੈਂਟ ਥੁੱਕ ਨਹੀਂ ਪਾਵੇਗਾ, ਜਿਸ ਕਾਰਨ ਇੱਥੇ ਨਿਮੋਨੀਆ, ਇਨਫਲਾਮੇਸ਼ਨ ਹੋ ਸਕਦੀ ਹੈ ਬੈਕਟੀਰੀਆ ਦੇ ਇਕੱਠੇ ਹੋਣ ਕਰਕੇ, ਬੈਕਟੀਰੀਆ ਦੇ ਇੱਥੇ ਗਰੋ ਕਰਨ ਕਰਕੇ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਲਾਸ ਆਫ ਕੌਨਸ਼ੀਅਸਨੈਸ। ਜਿਹੜੇ ਪੇਸ਼ੈਂਟ ਬੇਹੋਸ਼ ਰਹਿੰਦੇ ਹਨ, ਜ਼ਿਆਦਾ ਦੇਰ ਤੱਕ ਬੈੱਡ 'ਤੇ ਜਿਹੜੇ ਹੈ ਉਹਨਾਂ ਨੂੰ ਆਪਣੀ ਲਾਈਫ ਜਿਹੜੀ ਹੈ ਹੁਣ ਕੱਟਣੀ ਪੈ ਰਹੀ ਹੈ, ਕੋਮਾ 'ਚ ਪੇਸ਼ੈਂਟ ਹੈ, ਉਹ ਪੇਸ਼ੈਂਟ ਵੀ ਹੁਣ ਆਪਣੀ ਸਕ੍ਰੀਸ਼ਨਸ ਨੂੰ ਸਪਿਟ ਆਫ ਨਹੀਂ ਕਰ ਪਾਉਂਦੇ। ਤੁਸੀਂ ਦੇਖਿਆ ਹੋਣਾ ਹੈ ਕਿ ਨਰਸਿੰਗ ਮੈਨੇਜਮੈਂਟ ਦੇ ਅੰਡਰ ਬਹੁਤ ਹੀ ਇੰਪੋਰਟੈਂਟ ਕੇਅਰ ਪਾਰਟ ਹੈ ਐਮਰਜੈਂਸੀ ਵਾਰਡ ਦੇ ਵਿੱਚ, ICU ਦੇ ਵਿੱਚ ਸਕਸ਼ਨਿੰਗ ਨਾ ਕੀਤੀ ਜਾਵੇ ਟਾਈਮ ਤੇ ਤਾਂ ਵੀ ਸਕ੍ਰੀਸ਼ਨਸ ਉੱਥੇ ਇਕੱਠੀਆਂ ਹੋ ਜਾਣਗੀਆਂ। ਉਸ ਤੋਂ ਬਾਅਦ ਹੈ ਡਰੱਗ ਓਵਰਡੋਜ਼ ਦੇ ਕਾਰਨ ਵੀ ਸਕ੍ਰੀਸ਼ਨਸ ਜਿਹੜੀਆਂ ਨੇ ਜ਼ਿਆਦਾ ਹੋ ਸਕਦੀਆਂ ਹਨ ਔਰ ਡਰੱਗ ਓਵਰਡੋਜ਼ ਦੇ ਕਾਰਨ ਪੇਸ਼ੈਂਟ ਬੇਹੋਸ਼ ਹੋ ਸਕਦਾ ਹੈ, ਜਿਸ ਕਾਰਨ ਸਕ੍ਰੀਸ਼ਨਸ ਈਸੋਫੇਗਸ ਤੋਂ ਟ੍ਰੈਕੀਆ ਵਿੱਚ ਜਾ ਸਕਦੀਆਂ ਹਨ। ਨੇਜ਼ੋਫੇਰੈਂਕਸ, ਓਰੋਫੇਰੈਂਕਸ ਤੋਂ ਵੀ ਸਕ੍ਰੀਸ਼ਨ ਟ੍ਰੈਕੀਆ ਵਿੱਚ ਜਾ ਸਕਦੀਆਂ ਹਨ। ਰਿਸਸਕਿਟੇਸ਼ਨ, CPR ਦੇ ਦੌਰਾਨ ਕੁਝ ਜਿਹੜਾ ਕੰਟੈਂਟ ਹੈ ਉਹ ਟ੍ਰੈਕੀਆ ਵਿੱਚ ਮੂਵ ਕਰ ਜਾਵੇ। ਡੀਬਿਲੀਟੇਟਡ ਪੇਸ਼ੈਂਟ, ਐਸੀਆਂ ਬਿਮਾਰੀਆਂ ਜਿਹੜੀਆਂ ਕਿ ਵੀਕਨੈਸ ਕ੍ਰੀਏਟ ਕਰਦੀਆਂ ਹਨ ਔਰ ਪੇਸ਼ੈਂਟ ਬਹੁਤ ਜ਼ਿਆਦਾ ਕਮਜ਼ੋਰ, ਦੁਬਲਾ ਪਤਲਾ, ਥੱਕਿਆ ਹੋਇਆ ਮਹਿਸੂਸ ਕਰਦਾ ਹੈ, ਇਹਨਾਂ ਨੂੰ ਡੀਬਿਲੀਟੇਟਡ ਜਿਹੜੀਆਂ ਨੇ ਕੰਡੀਸ਼ਨ ਕਹਿੰਦੇ ਹਨ, ਠੀਕ ਹੈ ਜੀ। ਹੁਣ ਮੰਨ ਲਓ ਮੈਂ ਹੀ ਬਹੁਤ ਕਮਜ਼ੋਰ ਹਾਂ ਔਰ ਮੈਨੂੰ ਖੰਘਣਾ ਪੈ ਰਿਹਾ ਹੈ, ਬਟ ਮੇਰੇ ਇੰਟਰਕੋਸਟਲ ਮਸਲ, ਡਾਇਆਫ੍ਰਮ, ਲੰਗਸ ਮੈਨੂੰ ਖੰਘਣ ਵਿੱਚ ਹੈਲਪ ਨਹੀਂ ਕਰ ਪਾ ਰਹੇ, ਤਾਂ ਸਕ੍ਰੀਸ਼ਨ ਅੰਦਰ ਇਕੱਠੀਆਂ ਹੋਣਗੀਆਂ ਤਾਂ ਨਿਮੋਨੀਆ ਹੋ ਜਾਊਗਾ। ਉਸ ਤੋਂ ਬਾਅਦ ਹੈ NG ਟਿਊਬ। ਸਭ ਨੂੰ ਪਤਾ ਹੈ NG ਟਿਊਬ ਫੀਡਿੰਗ, ਜੇ ਪ੍ਰੋਪਰ ਟਾਈਮ ਤੇ ਕੇਅਰ ਨਾ ਕੀਤੀ ਜਾਵੇ, ਰਿਪਲੇਸ ਨਾ ਕੀਤੀ ਜਾਵੇ, ਸਕ੍ਰੀਸ਼ਨਸ ਇਕੱਠੀਆਂ ਹੋ ਜਾਣਗੀਆਂ, ਨਿਮੋਨੀਆ ਦੀ ਕੰਡੀਸ਼ਨ, ਸਿੰਪਟਮ ਆ ਜਾਣਗੇ।
देन है लेबर पेन, डिलीवरी टाइम डायफ्राम ऊपर की तरफ जो है मूव करती है, बेबी का साइज़ जो है 9th मंथ के दौरान बड़ा हो जाता है। लेबर पेन के दौरान भी सिक्रीशनस इनक्रीज हो सकती हैं। गैस्ट्रिक जूस कंटेंट जो है GERD, गैस्ट्रो ईसोफेजियल रिफ्लक्स डिजीज़ के अंडर यह कंटेंट जो है ईसोफेगस तो HCl कंटेंट ट्रैकिया जा सकता है, ट्रैकिया दी दीवारां नूं इरीटेट कर सकता है, छिल सकता है और उत्थे छोटे छोटे जख्म बन सकते हैं जिस कारण हो सकती है इन्फ्लामेशन एंड निमोनिया। ठीक है जी, समझ गए, काफ़ी कुछ, बहुत अच्छी गल है। सैकेंड नंबर पर आता है इनहेलेशन, इनहेल करना। तो इनहेल दे विच आपां इत्थे नोट कर लीए कि जो परसन क्राउडेड एरिया दे विच स्विमिंग पूल बहुत कॉमनली यूज़ करते हैं, कॉमन स्विमिंग पूल यूज़ करते हैं, AC का पानी, AC एयर कंडीशन का जिहड़ा पानी है उहदे विच बैक्टीरिया लीजनैला, नोट कर लो बैक्टीरिया का नाम लीजनैला जो है प्रेजेंट होंदा है। ये बैक्टीरिया की कर सकता है जी, निमोनिया। एस्पिरेशन निमोनिया सब तो इंपॉर्टेंट है स्टेफाइलोकोकस ऑरियस, स्टेफाइलोकोकस ऑरियस। ठीक है, नाल ही नोट कर लो, हाईलाइट कोले रखो और हाईलाइट करते जाओ। बैक्टीरिया नू साइड बाय साइड बॉक्स विच पा लो भी ये बैक्टीरिया जी अपना इत्थे प्रेजेंट है। ठीक है जी, उस तो बाद है डस्ट पार्टिकल, सॉयल और जो पक्षी हैं अपने बर्ड्स हैं इन्हां दी ड्रॉपिंग भी दे विच जिहड़ा है अपना बैक्टीरिया प्रेजेंट होंदे हन जो कि इत्थे कर सकते हैं अपनी निमोनिया। अपने जिहड़ी ओह है ड्रॉपिंग है उहदे विच H इन्फ्लुएंजा, कैलमीडिया जिहड़ी है ओह प्रेजेंट हो सकते हैं। गल करिए नंबर 3 के बारे, म्यूकोसिलरी। सबनों पता है, अनाटमी सबने पढ़ी है कि प्राइमरी ब्रोंकाई सैकेंडरी ब्रोंकाई दे विच जिहड़े अपने सीलिया प्रेजेंट है ट्रैकिया दे विच, जिहड़े कि अपवर्ड मूव करते हैं। डस्ट पार्टिकल्स नूं एवें उपर करते 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 कित्थे मूव कर देंदे ने, यह ट्रैकिया तो डस्ट पार्टिकल वापस ईसोफेगस आ जाते हैं वापस, और यह स्टूल राही सवेरे या फिर बलगम के राही फैलम के राही बाहर निकल जाते हैं। बट जे किसी परसन नूं एनेस्थीजिया की डोज दी हुई है, TB की बीमारी है, स्मोकिंग के कारण भी ये सीलिया परमानेंटली डैमेज हो जाता है। बट यह सीलिया है किहड़ा, टाइप किहड़ी है, स्यूडो स्ट्रैटिफाइड कोलुमिनर एपिथीलियम, स्यूडो स्ट्रैटिफाइड कोलुमिनर एपिथीलियम यदि टाइप है। सिस्टिक फाइब्रोसिस हो जाए, ट्यूमर हो जाए, एज ज़्यादा हो 65 तो, COPD हो, पैरालाइसिस हो या सिडेटिव मेडिसिन पेशेंट लै रहा हो, इन्हां केसिस दे विच भी अपनी जिहड़ी है म्यूकोसिलियरी कॉजेज जिहड़े हो सकते हैं। सीलिया का अप बीट उपर की तरफ है बीट करना घट सकता है, हौली हौली जिहड़ी उत्थे डस्ट है बैक्टीरिया ने वो इकट्ठे होने शुरू हो जाएंगे और इन्फ्लामेशन जो है स्टार्ट हो जाएगी। गल करिए 4th पार्ट के बारे, बड़ा सिंपल है जी। जिन्ना पेशेंट्स की इम्यूनिटी वीक है, HIV पेशेंट हैं, कॉर्टिकोस्टीरॉयड मेडिसिन लै रहे हैं, इस तो इलावा ऑर्गन ट्रांसप्लांट है, ऐसिया मेडिसिन लै रहे हैं जिन्हां नाल इम्यूनिटी सप्रैस होंदी है। किडनी ट्रांसप्लांट के पेशेंट नूं निमोनिया जिहड़ा है बड़ा कॉमन हो सकता है। तो HIV पेशेंट का इम्यून सिस्टम कॉम्प्रोमाइज़ कर जाता है, वीक हो जाता है, जिस कारण हो सकता है निमोनिया, सिंपल। ठीक है, उस तो बाद गल करांगे 5th के बारे। तो 5th विच अपना आंदा है जी, दैट इज़ VAP CAP HAP। ठीक है, तो VAP का मीनिंग की है इत्थे, कौन दसेगा कमेंट बॉक्स दे विच इस लैक्चर के दौरान, कौन इंटैलीजेंट बच्चा इस लैक्चर को देख रहा है जिसनों इस दे बारे नाल बुक भी रखी हुई है और समझ भी रहा है। तो फर्स्ट है दे विच VAP, वेंटिलेटर एक्वायर्ड निमोनिया। कुछ पेशेंट्स अनफॉर्चुनेटली वेंटिलेटर उपर रहिंदे हन जो कि जिन्हां दे विच ET ट्यूबिंग रिप्लेस ना की जाए, पैरालाइसिस के पेशेंट हैं, स्ट्रोक के पेशेंट हैं, सक्शनिंग टाइम ते ना की जाए, तो सक्रीशनस की हो जाएगियां अंदर इनक्रीज्ड, जिस कारण होगी इन्फ्लामेशन और हो जाऊगा जी वेंटिलेटर एक्वायर्ड निमोनिया। वेंटिलेटर ते रहने करके सिंपल जी गल समझ लो। ठीक है, उस तो बाद है CAP, कम्यूनिटी एक्वायर्ड निमोनिया, जिहड़ा कि लैस दैन 2 डेज़ का जिहड़ा एक्सपोजर है वो होवे, लैस दैन, ठीक है, लैस दैन 2 डेज़ का एक्सपोजर होवे। क्लिनिक विच काम करने वाले, कम्यूनिटी हैल्थ सेंटर विच काम करने वाले जिहड़े अपने हैल्थ वर्करस ने, स्टाफ नर्सिज हैं, डॉक्टर्स हैं, वो इस रिस्क उपर रहिंदे हन कम्यूनिटी एक्वायर्ड निमोनिया। हॉस्पिटल एक्वायर्ड निमोनिया दे विच पेशेंट हॉस्पिटल एडमिट हो चुका है और उसनूं 2 डेज़ तो ज़्यादा रहना पै गया, तो क्रॉस इन्फेक्शन करके
हॉस्पिटल रिक्वायर्ड इन्फेक्शन जिहड़ी है वो इत्थे देखण नूं मिल सकती है जी। ठीक है, इस तो इलावा वायरल इन्फेक्शन भी जिहड़ी है वो रिस्पॉन्सिबल है। फंगल इन्फेक्शन की गल करिए 6th पॉइंट की, तो कॉक्सीडियो ਅਤੇ माइकोसिस दो ਜਿਹੜੇ ਆਪਣੇ ਉਹ ਨੇ फंगल इन्फेक्शन ने ਉਹ ਨਿਮੋਨੀਆ ਕ੍ਰੀਏਟ ਕਰ ਸਕਦੇ ਨੇ। ਨਿਮੋਨੀਆ 'ਚ ਕੀ ਹੁੰਦਾ ਹੈ, ਟਰਮੀਨਲ ਬ੍ਰੌਂਕੀਓਲ ਯਾਨੀ ਟਰਸ਼ਰੀ ਬ੍ਰੌਂਕੀਓਲ ਐਂਡ ਐਲਵੋਲਾਈ ਦੀ ਇਨਫਲੇਮੇਸ਼ਨ, ਸਿੰਪਲ ਪੰਜਾਬੀ ਵਿੱਚ। ਠੀਕ ਹੈ, ਹੁਣ ਕੁਝ ਬੁੱਕਸ ਨੇ ਇੱਕ ਹੋਰ ਪੰਗਾ ਪਾਤਾ ਪੰਜਾਬੀਆਂ ਵਾਸਤੇ। ਉਹ ਪੰਗਾ ਇਹ ਹੈ ਕਿ ਅਨਾਟਮੀ ਦੇ ਆਧਾਰ ਤੇ, ਲੋਕੇਸ਼ਨ ਦੇ ਆਧਾਰ ਤੇ ਇਹਨਾਂ ਨੇ ਨਿਮੋਨੀਆ ਨੂੰ ਕਈ ਹਿੱਸਿਆਂ 'ਚ ਵੰਡਤਾ। ਠੀਕ ਹੈ, ਜਿਹੜਾ ਕਿ ਕਾਮਨਲੀ ਬੱਚੇ ਲਿਖਦੇ ਵੀ ਹੈ। ਲੋਬਾਰ ਨਿਮੋਨੀਆ ਜਿਹੜਾ ਕਿ ਕਿਸੇ ਇੱਕ ਲੋਬ ਦੇ ਵਿੱਚ ਹੋਵੇ, ਦੋਨੇ ਪਾਸੇ ਵੀ ਹੋਵੇ, ਅਪਰ ਲੋਬ, ਮਿਡਲ ਲੋਬ, ਇਨਫੀਰੀਅਰ ਲੋਬ 'ਚ ਹੋ ਸਕਦਾ ਹੈ। ਠੀਕ ਹੈ, ਬ੍ਰੌਂਕੋ ਨਿਮੋਨੀਆ ਜਿਹੜਾ ਕਿ ਸਿਰਫ ਬ੍ਰੌਂਕੀਓਲ 'ਚ ਹੁੰਦਾ ਹੈ, ਇੱਥੇ ਆ ਪਾਈਪਾਂ ਦੇ ਵਿੱਚ ਬ੍ਰੌਂਕੀਓਲ 'ਚ, ਲੋਬ ਵਾਲਾ ਲੋਬ 'ਚ, ਬ੍ਰੌਂਕੀਓ ਵਾਲਾ ਬ੍ਰੌਂਕੀਓ 'ਚ। ਔਰ ਇੰਟਰਸਟੀਸ਼ੀਅਲ ਨਿਮੋਨੀਆ ਕਿਹੜਾ ਹੈ, ਇੰਟਰਸਟੀਸ਼ੀਅਲ ਆ ਇੱਕ ਟਰਸ਼ਰੀ ਬ੍ਰੌਂਕੀਓਲ ਹੈ, ਆਹ ਐਲਵੋਲਾਈ ਬਣ ਗਈ। ਇੱਕ ਹੋਰ ਟਰਸ਼ਰੀ ਬ੍ਰੌਂਕੀਓਲ ਹੈ, ਐਲਵੋਲਾਈ ਬਣ ਗਈ। ਹੁਣ ਇਹਨਾਂ ਦੋਨਾਂ ਦੇ ਵਿਚਕਾਰ ਜਿਹੜੀ ਸਪੇਸ ਹੈ, ਇੱਥੇ ਜੇ ਇਨਫਲੇਮੇਸ਼ਨ ਸਟਾਰਟ ਹੁੰਦੀ ਹੈ, ਇਹਨੂੰ ਕਹਿੰਦੇ ਹਨ ਇੰਟਰਸਟੀਸ਼ੀਅਲ ਨਿਮੋਨੀਆ। ਠੀਕ ਹੈ ਜੀ, ਤਾਂ ਇਹ ਸੀ ਅਨਾਟਮੀ ਦੇ ਉੱਪਰ ਬੇਸਡ। ਹੁਣ ਆਪਾਂ ਲੱਗਦੇ ਹਾਂ ਫਟਾਫਟ ਜਿਹੜਾ ਮੇਨ ਇੰਪੋਰਟੈਂਟ ਟੌਪਿਕ ਹੈ ਪੈਥੋਫਿਜ਼ੀਓਲੋਜੀ, ਉਹਨੂੰ ਸਮਝ ਲਈਏ। ਜਿਵੇਂ ਹੀ ਕਿਸੇ ਵੀ ਰੀਜ਼ਨ ਕਰਕੇ ਬੈਕਟੀਰੀਆ, ਵਾਇਰਸ, ਫੰਗਸ ਐਂਟਰ ਕਰਦੀ ਹੈ ਤਾਂ ਆਪਣੀ ਟਰਸ਼ਰੀ ਬ੍ਰੌਂਕਾਈ ਦੀ ਜਿਹੜੀਆਂ ਦੀਵਾਰਾਂ ਨੇ ਔਰ ਐਲਵੋਲਾਈ ਦੀਆਂ ਜਿਹੜੀਆਂ ਦੀਵਾਰਾਂ ਨੇ, ਲਾਈਨਿੰਗ ਹੈ, ਸੈਲਸ ਨੇ ਉੱਥੇ, ਉਹ ਡੈਮੇਜ ਹੋ ਜਾਂਦੇ ਨੇ। ਓਕੇ, ਉਸ ਤੋਂ ਬਾਅਦ ਉੱਥੇ ਮੈਕਰੋਫੇਜਸ ਆਉਣਗੇ ਕਿਉਂਕਿ ਹਰ ਜਗ੍ਹਾ WBC ਪ੍ਰੈਜ਼ੈਂਟ ਹੈ, ਹਰ ਜਗ੍ਹਾ RBC ਪ੍ਰੈਜ਼ੈਂਟ ਹੈ, ਹਰ ਜਗ੍ਹਾ ਬਲੱਡ ਪ੍ਰੈਜ਼ੈਂਟ ਹੈ। ਤਾਂ ਮੈਕਰੋਫੇਜਸ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਉਸ ਏਰੀਆ ਦੇ ਵਿੱਚ ਸਾਈਟੋਕਾਈਨਸ, ਇੰਟਰਲਿਊਕਿਨਸ, ਐਂਡੋਟੌਕਸਿਨ, ਲਿਊਕੋਟਰੀਨਸ ਨਾਮ ਦੇ ਜਿਹੜੇ ਮੋਲੀਕਿਊਲ ਨੇ, ਕੈਮੀਕਲ ਨੇ, ਇਹ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦੇ ਨੇ। ਮੰਨ ਲਓ ਦੋ ਐਲਵੋਲਾਈ ਦੇ ਵਿਚਕਾਰ ਇੱਥੇ ਇਨਫੈਕਸ਼ਨ ਸਟਾਰਟ ਹੋ ਚੁੱਕੀ ਹੈ ਔਰ ਇੱਥੇ ਆ ਚੁੱਕੇ ਨੇ ਮੈਕਰੋਫੇਜਸ ਆ ਕੇ ਇਹ ਆਪਣੇ ਮੋਲੀਕਿਊਲ ਬਣਾਉਂਦੇ ਨੇ ਜਿਹੜੇ ਸਾਈਟੋਕਾਈਨ ਨੇ। ਸਾਈਟੋਕਾਈਨ ਕੀ ਕਰਦੇ ਨੇ, ਇੱਥੇ ਨਿਊਟ੍ਰੋਫਿਲ, ਬੇਸੋਫਿਲ, ਲਿੰਫੋਸਾਈਟਸ ਦੀ ਜਿਹੜੀ ਆਰਮੀ ਹੈ ਉਹਨੂੰ ਇਕੱਠਾ ਕਰਨ 'ਚ ਹੈਲਪ ਕਰਦੇ ਨੇ ਵੀ ਭਾਈ ਸਾਹਿਬ ਤੁਸੀਂ ਵੀ ਆ ਜਾਓ, ਇੱਥੇ ਬਹੁਤ ਇਨਫੈਕਸ਼ਨ ਹੋਈ ਪਈ ਹੈ। ਕੋਈ ਸਟੇਫਾਈਲੋਕੋਕਸ ਔਰੀਅਸ ਕਲੈਬਸੀਐਲਾ ਨਾਮ ਦਾ ਜਿਹੜਾ ਬੈਕਟੀਰੀਆ ਉੱਥੇ ਆਇਆ ਹੈ, ਕੋਈ ਫੰਗਸ ਆਈ ਹੈ, ਕੋਈ ਵਾਇਰਸ ਆਇਆ, ਸਾਈਟੋਮੈਗੈਲੋ ਵਾਇਰਸ, H ਇਨਫਲੂਐਂਜ਼ਾ, ਕਰੋਨਾ, COVID-19, ਠੀਕ ਹੈ, ਰਾਈਨੋ ਵਾਇਰਸ ਆਇਆ ਇੱਥੇ, ਤਾਂ ਉਹ ਆਪਣਾ ਮੈਸੇਜ ਭੇਜਣ ਦਾ ਕੰਮ ਇਹ ਕਰ ਰਹੇ ਹੈ। ਠੀਕ ਹੈ ਜੀ, ਇੰਟਰਲਿਊਕਿਨ ਕੀ ਕਰ ਰਹੇ ਹੈ, ਇੰਟਰਲਿਊਕਿਨ 1 ਤੋਂ ਲੈ ਕੇ 6 ਤੱਕ ਇੱਥੇ ਬਣ ਰਹੇ ਹੈ IL ਇੰਟਰਲਿਊਕਿਨ। ਇਹ ਜਾਣਗੇ ਬ੍ਰੇਨ ਦੇ ਹਾਈਪੋਥੈਲਮਸ ਦੇ ਵਿੱਚ ਔਰ ਜਾ ਕੇ ਮੈਸੇਜ ਲਗਾਉਣਗੇ ਕਿ ਭਾਈ ਸਾਹਿਬ ਬਾਡੀ ਦਾ ਟੈਂਪਰੇਚਰ ਵਧਾਓ, ਫੀਵਰ ਕ੍ਰੀਏਟ ਕਰੋ, ਬੈਕਟੀਰੀਆ ਨੂੰ ਕਿਲ ਕਰੋ, ਨਿਮੋਨੀਆ ਤੋਂ ਬਚਾਓ। ਠੀਕ ਹੈ ਜੀ, ਸਮਝ ਗਏ। ਇੰਟਰਲਿਊਕਿਨ, ਐਂਡੋਟੌਕਸਿਨ ਵੀ ਇਹੀ ਕੰਮ ਕਰਦੇ ਨੇ, ਬੈਕਟੀਰੀਆ ਨੂੰ ਹੋਰ ਜ਼ਿਆਦਾ ਉੱਥੇ ਗਰੋ ਕਰਨ 'ਚ ਹੈਲਪ ਕਰਦੇ ਨੇ। ਲਿਊਕੋਟਰੀਨਸ ਕੀ ਕਰਨਗੇ, ਲਿਊਕੋਟਰੀਨਸ ਜਿਹੜੀ ਆਪਣੀ ਟਰਸ਼ਰੀ ਬ੍ਰੌਂਕੀਓਲ ਹੈ, ਇਹਦੇ ਡਾਇਆਮੀਟਰ ਨੂੰ ਘੱਟ ਕਰ ਦਿੰਦੇ ਨੇ, ਯਾਨੀ ਕਿ ਬ੍ਰੌਂਕੋਸਪਾਜ਼ਮ ਹੋ ਜਾਂਦਾ ਹੈ, ਬ੍ਰੌਂਕੀਓਲਸ ਟਾਈਟ ਹੋ ਜਾਂਦੀਆਂ ਨੇ, ਜਿਸ ਕਾਰਨ 에ਅਰ ਜਿਹੜੀ ਹੈ ਐਲਵੋਲਾਈਜ਼ ਤੱਕ ਨਹੀਂ ਪਹੁੰਚ ਪਾਉਂਦੀ। ਐਲਵੋਲਾਈ ਤੱਕ ਨਹੀਂ ਪਹੁੰਚ ਪਾਏਗੀ ਤਾਂ ਗੈਸ ਐਕਸਚੇਂਜ ਨਹੀਂ ਹੋਵੇਗਾ। ਔਰ ਇਸੇ ਹੀ ਏਰੀਆ ਦੇ ਵਿੱਚ ਨਰਵ ਐਂਡਿੰਗਸ ਵੀ ਪਈਆਂ ਨੇ ਜੀ ਆਪਣੀਆਂ। ਨਰਵ ਐਂਡਿੰਗਸ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੁਛ ਜਿਹੜੀ ਹੈ ਇਨਫਲੇਮੇਸ਼ਨ ਹੋ ਰਹੀ ਹੈ, ਕੁਛ ਪ੍ਰੋਬਲਮ ਹੈ, ਤਾਂ ਨਾਲ ਦੀ ਨਾਲ ਬ੍ਰੇਨ ਨੂੰ ਮੈਸੇਜ ਆਏਗਾ ਵੀ ਕਫ ਰਿਫਲੈਕਸ ਜਿਹੜਾ ਹੈ ਸ਼ੁਰੂ ਕੀਤਾ ਜਾਵੇ। ਇਹ ਸਭ ਕੁਝ ਚੱਲ ਰਿਹਾ ਹੋਏਗਾ ਤੇ ਨਾਲ ਦੀ ਨਾਲ ਪੇਸ਼ੈਂਟ ਨੂੰ ਖਾਂਸੀ ਜਿਹੜੀ ਹੈ, ਕਫ ਜਿਹੜੀ ਹੈ ਉਹ ਸ਼ੁਰੂ ਹੋ ਜਾਵੇਗੀ। ਓਕੇ, ਠੀਕ ਹੈ। ਹੁਣ ਨਾਲ ਦੀ ਨਾਲ ਇੱਥੇ ਬੈਕਟੀਰੀਆ ਇੱਕਦਮ ਤਾਂ ਆਪਣੀ ਹਾਰ ਮੰਨਣ ਵਾਲੇ ਤਾਂ ਹੈ ਨਹੀਂ, ਇਹ ਵੀ ਕਹਿੰਦੇ ਨੇ ਜੀਓ ਰੇ ਬਾਹੂਬਲੀ, ਤਾਂ ਇੱਥੇ ਜਿਹੜੀ ਕॉलोनी ਹੈ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਕॉलोनी ਬਣੇਗੀ ਤਾਂ ਹੋਰ ਵੀ ਜ਼ਿਆਦਾ ਇੱਥੇ ਮੈਕਰੋਫੇਜਸ, ਨਿਊਟ੍ਰੋਫਿਲ, ਬੇਸੋਫਿਲ ਜਿਹੜੇ ਨੇ ਉਹ ਆਣਗੇ, ਹੋਰ ਵੀ ਜ਼ਿਆਦਾ ਆਣਗੇ। ਤਾਂ ਹੌਲੀ ਹੌਲੀ ਇੱਥੇ ਐਲਵੋਲਾਈ ਦੀ ਜਿਹੜੀ ਵਾਲ ਹੈ, ਦੀਵਾਰ ਹੈ, ਇਹਦਾ ਡੈਮੇਜ ਹੋਣਾ ਸ਼ੁਰੂ ਹੋ ਜਾਏਗਾ। ਆਹ ਇਹਦੀ ਵਾਲ ਹੈ ਆਪਣੇ ਐਲਵੋਲਾਈ ਦੀ, ਠੀਕ ਹੈ ਜੀ, ਤਾਂ ਇਹਦਾ ਡੈਮੇਜ ਹੋਣਾ ਸ਼ੁਰੂ ਹੋ ਜਾਏਗਾ। ਬੈਕਟੀਰੀਆ ਨੇ ਇਹਨੂੰ ਖਾਣਾ ਸ਼ੁਰੂ ਕਰਤਾ ਇੱਥੇ, ਔਰ ਇਹਦੇ ਵਿੱਚ ਜਿਹੜਾ ਫਲੂਇਡ ਹੈ ਉਹ ਬਾਹਰ ਆ ਜਾਏਗਾ। ਠੀਕ ਹੈ, ਬਾਹਰ ਆ ਜਾਏਗਾ ਤਾਂ ਇੱਥੇ ਫਲੂਇਡ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ। ਇਸ ਏਰੀਆ ਵਿੱਚ ਫਲੂਇਡ ਇਕੱਠਾ ਹੋਣਾ ਸ਼ੁਰੂ ਹੋ ਗਿਆ ਦੋ ਐਲਵੋਲਾਈ ਦੇ ਵਿਚਕਾਰ। ਹੁਣ ਇੱਥੇ ਹੋ ਜਾਏਗਾ ਪਲਮਨਰੀ ਅਡੀਮਾ, ਫਲੂਇਡ ਦਾ ਇਕੱਠਾ ਹੋਣਾ, ਅਡੀਮਾ। ਠੀਕ ਹੈ, ਨਾਲ ਹੀ ਇੱਥੇ ਬਲੱਡ ਵੈਸਲਸ ਵੀ ਜਾ ਰਹੀਆਂ ਨੇ, ਉਹ ਬਲੱਡ ਵੈਸਲਸ ਦਾ ਵੀ ਡੈਮੇਜ ਹੋ ਜਾਏਗਾ ਹੌਲੀ ਹੌਲੀ ਬੈਕਟੀਰੀਆ ਕਰਕੇ, ਤਾਂ ਜਿਹੜਾ ਫਲੂਇਡ ਹੈ ਇੱਥੇ ਆਉਣਾ ਸ਼ੁਰੂ ਹੋ ਜਾਏਗਾ ਔਰ ਪਲਮਨਰੀ ਅਡੀਮਾ ਜਿਹੜਾ ਹੈ ਉਹ ਹੋ ਜਾਏਗਾ। ਕਹਾਣੀ ਅਜੇ ਵੀ ਬਾਕੀ ਹੈ। ਇਸ ਏਰੀਆ ਵਿੱਚ ਇੱਕ ਹੋਰ ਸੈੱਲ ਪ੍ਰੈਜ਼ੈਂਟ ਨੇ, ਉਹਦਾ ਨਾਮ ਹੈ ਮਾਸਟ ਸੈੱਲ।
ਮਾਸਟ ਸੈਲ ਸਭ ਨੂੰ ਪਤਾ ਹੈ ਕੀ ਬਣਾਉਂਦੇ ਨੇ, ਹਿਸਟਾਮੀਨ। ਤਾਂ ਹਿਸਟਾਮੀਨ ਕਰਕੇ ਇੱਥੇ ਜਿਹੜੀ ਹੈ ਹੋਰ ਵੀ ਜ਼ਿਆਦਾ ਵੇਜ਼ੋਡਾਇਲੇਸ਼ਨ ਹੋਏਗੀ ਤੇ ਫਲੂਇਡ ਹੋਰ ਵੀ ਜ਼ਿਆਦਾ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ। ਪਲਮਨਰੀ ਅਡੀਮਾ ਇੱਥੇ ਦੇਖਣ ਨੂੰ ਮਿਲੇਗਾ। ਤਾਂ ਜੀ ਪੰਜਾਬੀ ਵਿੱਚ ਲੱਗਦੇ ਹੱਥ ਆਪਾਂ ਪਹਿਲੀ ਵਾਰ ਨਿਮੋਨੀਆ ਟੌਪਿਕ ਜਿਹੜਾ ਉਹ ਸਮਝ ਲਿਆ। ਨਰਸਿੰਗ ਸਟੂਡੈਂਟ ਵਾਸਤੇ, ਮੈਡੀਕਲ ਸਟੂਡੈਂਟ ਵਾਸਤੇ, ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਜਿਹੜੇ ਮੇਰੇ ਸਟੂਡੈਂਟ ਨੇ ਉਹ ਇਸ ਟੌਪਿਕ ਨੂੰ ਪੱਕਾ ਦੇਖਣ, ਖੁਦ ਦੇ ਨੋਟਸ ਬਣਾਉਣ, ਨਾਲ ਬੁੱਕ ਰੱਖਣ। ਹੁਣ ਆਪਾਂ ਡਿਸਕਸ ਕਰਾਂਗੇ ਇਸ ਦੇ ਦੈਟ ਇਜ਼ ਡਾਇਗਨੋਸਿਸ ਬਾਰੇ, ਪੈਥੋਲੋਜੀਕਲ ਚੇਂਜਸ ਬਾਰੇ ਐਂਡ ਨਰਸਿੰਗ ਮੈਨੇਜਮੈਂਟ। ਤਾਂ ਐਂਡ ਤੱਕ ਲੈਕਚਰ ਦੇ ਬਣੇ ਰਹੋ। ਤਾਂ ਹੁਣ ਅਸੀਂ ਗੱਲ ਕਰਾਂਗੇ ਨਿਮੋਨੀਆ ਦੇ ਪੈਥੋਲੋਜੀਕਲ ਚੇਂਜਸ ਬਾਰੇ। ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਆਪਾਂ ਦੇਖਿਆ ਕਿ ਕੋਈ ਵੀ ਵਾਇਰਸ, ਬੈਕਟੀਰੀਆ, ਫੰਗਸ ਜਿਹੜੀ ਹੈ ਉਹ ਟਰਸ਼ਰੀ ਬ੍ਰੋਂਕਾਈ ਐਂਡ ਐਲਬੂਲਾਈ ਨੂੰ ਆ ਕੇ ਡੈਮੇਜ ਕਰਦੀ ਹੈ ਉਹਦੀ ਲਾਈਨਿੰਗ ਨੂੰ। ਆਪਾਂ ਪੈਥੋਫਿਜ਼ੀਓਲੋਜੀ ਦੇਖ ਚੁੱਕੇ ਹਾਂ ਪਹਿਲਾਂ। ਤਾਂ ਇਹ ਬੈਕਟੀਰੀਆ, ਵਾਇਰਸ, ਫੰਗਸ ਜਿਹੜੀ ਹੈ ਉਹ ਐਲਬੂਲਾਈ ਦੀ ਵਾਲ ਨੂੰ ਹੌਲੀ ਹੌਲੀ ਇਨਫਲਾਮੇਟਰੀ ਚੇਂਜਸ ਕਰਕੇ, ਇੰਟਰਲਿਊਕਿਨਸ ਕਰਕੇ, ਲਿਊਕੋਟ੍ਰੀਨਸ ਕਰਕੇ, ਇਨਫਲਾਮੇਟਰੀ ਕੰਟੈਂਟ ਕਰਕੇ ਇੱਥੇ ਡੈਮੇਜ ਕਰ ਦਿੰਦੇ ਹਨ। ਤਾਂ ਜੋ ਵੀ ਐਲਬੂਲਾਈ ਦਾ ਕੰਟੈਂਟ ਹੈ ਉਹ ਇੱਥੋਂ ਬਾਹਰ ਆ ਜਾਂਦਾ ਹੈ। ਠੀਕ ਹੈ ਜੀ। ਤਾਂ ਇੱਥੇ ਹੋ ਗਿਆ ਪਲਮਨਰੀ ਅਡੀਮਾ। ਨਾਲ ਹੀ ਆਪਣੇ ਜਿਹੜੇ ਮੈਕਰੋਫੇਜਿਸ ਨੇ ਉਹ ਇੱਥੇ ਆਣੇ ਸ਼ੁਰੂ ਹੋ ਜਾਂਦੇ ਹਨ। ਮੈਕਰੋਫੇਜਿਸ ਪਲੱਸ ਜਾਂ ਆਪਣਾ ਇੱਥੇ ਪਲਮਨਰੀ ਅਡੀਮਾ, ਇਹ ਕੰਟੈਂਟ ਜੋ ਹੈ ਬਲੱਡ ਵੈਸਲਸ ਨੂੰ ਵੀ ਡੈਮੇਜ ਕਰ ਦਿੰਦਾ ਹੈ। ਬਲੱਡ ਵੈਸਲਸ ਦੀਆਂ ਦੀਵਾਰਾਂ ਇੱਥੇ ਪਰਮੀਏਬਲ ਜਾਂ ਫਿਰ ਓਪਨ ਹੋ ਜਾਂਦੀਆਂ ਹਨ, ਜਿਸ ਕਾਰਨ ਹੋਰ ਵੀ ਜ਼ਿਆਦਾ ਫਲੂਇਡ ਜਿਹੜਾ ਹੈ ਉਹ ਪਲਮਨਰੀ ਅਡੀਮਾ ਦੇ ਅੰਡਰ ਇੱਥੇ ਬਾਹਰ ਆ ਜਾਂਦਾ ਹੈ। ਹੌਲੀ ਹੌਲੀ ਇਹ ਦੀਵਾਰਾਂ ਜਿਹੜੀਆਂ ਨੇ ਹੋਰ ਵੱਡੀਆਂ ਹੋ ਜਾਂਦੀਆਂ ਨੇ ਅਤੇ RBC ਜਿਹੜੇ ਨੇ ਇੱਥੋਂ ਆਣੇ ਸ਼ੁਰੂ ਹੋ ਜਾਂਦੇ ਹਨ। RBC ਇੱਥੇ ਆਣੇ ਸ਼ੁਰੂ ਹੋ ਜਾਂਦੇ ਹਨ। ਠੀਕ ਹੈ ਜੀ। ਤਾਂ ਇਸੇ ਹੀ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੈਥੋਲੋਜੀਕਲ ਚੇਂਜਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਜਿਹੜੀ ਸਟੇਜ ਹੈ ਉਹ ਹੈ ਕੰਜੈਸ਼ਨ। ਕਿਉਂਕਿ ਆਪਣੇ ਲੰਗਸ ਦੇ ਅੰਦਰ ਐਲਬੂਲਾਈ ਕੰਟਰੈਕਟ ਐਂਡ ਰਿਲੈਕਸ ਕਰ ਰਹੀਆਂ ਹਨ। ਓਕੇ। ਤਾਂ ਜੇ ਇਹਨਾਂ ਦੇ ਆਲੇ ਦੁਆਲੇ ਫਲੂਇਡ ਇਕੱਠਾ ਹੋ ਜਾਵੇਗਾ ਤਾਂ ਓਬਵੀਅਸ ਹੈ ਇਹ ਕੰਟਰੈਕਟ ਐਂਡ ਰਿਲੈਕਸ ਨਹੀਂ ਕਰ ਪਾਉਣਗੀਆਂ। ਇਸੇ ਲਈ ਪਹਿਲੀ ਸਟੇਜ ਦਾ ਨਾਮ ਹੈ ਕੰਜੈਸ਼ਨ ਸਟੇਜ, ਜੋ ਕਿ ਪਹਿਲੇ 1 ਜਾਂ 2 ਦਿਨਾਂ ਤੱਕ ਰਹਿੰਦੀ ਹੈ, ਜਿਸ ਦੌਰਾਨ ਲੰਗਸ ਦੇ ਜਿਹੜੇ ਲੋਬਸ ਨੇ ਵੱਡੇ ਹੋ ਜਾਂਦੇ ਨੇ, ਲਾਰਜ ਸਾਈਜ਼ ਦੇ, ਹੈਵੀ ਹੋ ਜਾਂਦਾ ਲੋਬ, ਫਰੋਥੀ ਫਲੂਇਡ ਯਾਨੀ ਝੱਗ ਵਾਲਾ ਜਿਹੜਾ ਫਲੂਇਡ ਹੈ, ਪਸ ਹੈ, ਉੱਥੇ ਐਕਸੂਡੇਟ, ਪ੍ਰੋਟੀਨ ਰਿਚ ਐਕਸੂਡੇਟ ਇਕੱਠਾ ਹੋ ਜਾਂਦਾ ਹੈ। ਅਡੀਮਾ ਸਮਝ ਹੀ ਗਏ ਆਪਾਂ। ਔਰ ਹਾਲੇ ਵੀ ਬਹੁਤ ਘੱਟ ਜਿਹੜੇ RBC ਹੈ ਇੱਥੇ ਦੇਖਣ ਨੂੰ ਮਿਲਦੇ ਹਨ। ਬਟ ਜਿਵੇਂ ਜਿਵੇਂ ਟਾਈਮ ਅੱਗੇ ਨਿਕਲਦਾ ਹੈ ਇਹ ਕੰਜੈਸ਼ਨ ਸਟੇਜ 2 ਤੋਂ ਲੈ ਕੇ 4 ਦਿਨਾਂ ਤੱਕ ਰੈੱਡ ਹੈਪੇਟਾਈਜੇਸ਼ਨ ਦੇ ਅੰਡਰ ਆ ਜਾਂਦੀ ਹੈ। ਤਾਂ ਰੈੱਡ ਹੈਪੇਟਾਈਜੇਸ਼ਨ, ਹੈਪੈਟਿਕ ਕਿੱਥੋਂ ਆ ਗਿਆ ਲੰਗਸ ਦੇ ਵਿੱਚ? ਕਿਉਂਕਿ ਇੱਥੇ ਜਿਹੜੇ ਸੈਲਸ ਨੇ ਆਪਣੇ ਲੰਗਸ ਦੇ ਉਹ ਲਿਵਰ ਲਾਈਕ ਸਟਰਕਚਰ ਸ਼ੋ ਕਰਦੇ ਨੇ ਅਤੇ ਇੱਥੇ RBC ਜਿਹੜੇ ਨੇ ਉਹ ਬਹੁਤ ਜ਼ਿਆਦਾ ਮਾਤਰਾ 'ਚ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਹਨ ਆਪਣੇ 2 ਤੋਂ 4 ਦਿਨਾਂ ਤੱਕ। ਹੌਲੀ ਹੌਲੀ ਇੱਥੇ ਫਿਬਰਿਨ ਦੇ ਸਟ੍ਰੈਂਡ ਜਿਹੜੇ ਨੇ ਉਹ ਬਣਨੇ ਸ਼ੁਰੂ ਹੋ ਜਾਂਦੇ ਹਨ। ਨਿਊਟ੍ਰੋਫਿਲਸ ਦੀ ਕਾਊਂਟਿੰਗ ਇੱਥੇ ਵੱਧ ਜਾਂਦੀ ਹੈ ਔਰ ਹੌਲੀ ਹੌਲੀ ਜਿਹੜੀ ਆਪਣੀ ਐਲਬੂਲਾਈ ਹੈ ਇਹਦਾ ਸੈਪਟਾ ਐਵੇਂ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਐਲਬੂਲਾਈ ਡੈਮੇਜ ਹੋ ਗਈ, ਗੈਸ ਐਕਸਚੇਂਜ ਹੋਏਗਾ ਕਿ ਨਹੀਂ ਹੋਏਗਾ? ਨਹੀਂ ਹੋਏਗਾ। ਤਾਂ ਡਿਸਨੀਆ ਔਰ ਡਿਫਿਕਲਟੀ ਇਨ ਬਰੀਥਿੰਗ ਪੇਸ਼ੈਂਟ ਨੂੰ ਫੀਲ ਹੋਏਗਾ, ਡਿਸਨੀਆ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਆਪਣਾ 4 ਤੋਂ 8 ਦਿਨਾਂ ਤੱਕ ਇਹ ਜਿਹੜੇ ਆਪਣੀ ਸਟੇਜ ਹੈ ਇਸ ਦਾ ਨਾਮ ਹੈ ਗ੍ਰੇ ਹੈਪੇਟਾਈਜੇਸ਼ਨ। ਬਟ ਇਹਦਾ ਗ੍ਰੇ ਕਲਰ ਕਿਉਂ ਹੈ? ਕਿਉਂਕਿ ਇੱਥੇ ਜਿਹੜੇ RBC ਆਏ ਸਨ ਉਹਨਾਂ ਵਿੱਚੋਂ ਕੁਝ ਦੀ ਜਿਹੜੀ ਉਮਰ ਹੈ 120 ਡੇਜ਼ ਹੋ ਚੁੱਕੀ ਹੈ ਸੈੱਲ ਨੇ, ਤਾਂ ਉਹਨਾਂ ਦੀ ਡੈਥ ਹੋ ਗਈ, ਜਿਸ ਕਾਰਨ ਇਹ ਏਰੀਆ ਇੱਥੇ 4 ਤੋਂ 8 ਦਿਨਾਂ ਤੱਕ ਗ੍ਰੇ ਕਲਰ ਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਰਾਈਟ। ਤਾਂ RBC ਦਾ ਕਾਊਂਟ ਘਟੇਗਾ ਕਿਉਂਕਿ ਡੈਥ ਹੋ ਚੁੱਕੀ ਹੈ। ਫਿਬਰਿਨ ਸਟ੍ਰੈਂਡ ਇੱਥੇ ਵਧਣਗੇ, ਮਾਈਕਰੋ ਆਰਗੇਨਿਜ਼ਮ ਇੱਥੇ ਘਟਣਗੇ। ਔਰ ਜਿਹੜੀ 4th ਸਟੇਜ ਹੈ ਨਿਮੋਨੀਆ ਦੀ ਪੈਥੋਲੋਜੀਕਲ, ਉਹ ਬੜੀ ਹੈਰਾਨ ਕਰਦੀ ਹੈ ਸਭ ਨੂੰ। ਉਸ ਦਾ ਨਾਮ ਹੈ ਰੈਜ਼ੋਲੂਸ਼ਨ, ਜੋ ਕਿ 8 ਤੋਂ 9 ਦਿਨਾਂ ਤੱਕ ਹੁੰਦੀ ਹੈ। ਠੀਕ ਹੈ ਜੀ। ਬਟ ਇਸ ਦੇ ਵਿੱਚ ਮੈਕਰੋਫੇਜਿਸ ਬਹੁਤ ਵੱਡੀ ਗਿਣਤੀ ਵਿੱਚ ਕਾਊਂਟਿੰਗ ਵਿੱਚ ਨੰਬਰ ਵਿੱਚ ਹੁੰਦੇ ਹਨ ਐਂਡ ਇਸ ਦੌਰਾਨ ਆਪਣੇ ਜਿਹੜੇ ਐਲਬੂਲਾਈ ਨੇ ਔਰ ਬ੍ਰੌਂਕੀਓਲ ਹੈ ਆਪਣੇ ਆਪ ਨੂੰ ਰਿਪੇਅਰ ਕਰ ਲੈਂਦੇ ਹਨ, ਆਪਣੇ ਆਪ ਨੂੰ ਰਿਪੇਅਰ ਕਰ ਲੈਂਦੇ ਹਨ। ਠੀਕ ਹੈ। ਬਟ ਜੇ ਪੇਸ਼ੈਂਟ ਐਂਟੀਬਾਇਓਟਿਕ ਥੈਰੇਪੀ ਸਟਾਰਟ ਕਰਦਾ ਹੈ ਤਾਂ ਇਹ ਰੈਜ਼ੋਲੂਸ਼ਨ 3 ਦਿਨਾਂ ਦਾ ਹੋ ਜਾਂਦਾ ਹੈ, 3 ਦਿਨਾਂ ਦਾ ਹੋ ਜਾਂਦਾ ਹੈ। ਤਾਂ ਆਪਾਂ ਨੇ ਦੇਖਿਆ ਕਿ ਆਪਣੀਆਂ ਪੈਥੋਲੋਜੀਕਲ ਚੇਂਜਸ ਅੰਡਰ ਕੀ ਸਟੇਜਸ ਆਉਂਦੀਆਂ ਹਨ। ਗੱਲ ਕਰੀਏ ਸਾਈਨ ਐਂਡ ਸਿੰਪਟਮ
पैथोलॉजी के अकॉर्डिंग ही साइन एंड सिम्पटम ने। फीवर होएगा क्योंकि इत्थे इंटरल्यूकिन्स बने हैं, हाइपोथैलेमस तो फीवर करवाया है। टैकीकार्डिया हार्ट रेट तेज होएगी ताकि जिन्ना हो सके सारे ऑर्गन नू बॉडी नू ऑक्सीजन दी जा सके। चैस्ट पेन होएगा क्योंकि लंग्स दे विच नर्व एंडिंग ने, प्लूरेटिक चैस्ट पेन इत्थे देखने नू मिलेगा। डिसनिया क्योंकि सैप्टल वॉल जिहड़ी है अपनी एल्बोलाई दी ओह डैमेज हो जाएगी। सरफैक्टेंट इत्थे घट जाएगा जिस करके इत्थे डिसनिया डिफिकल्टी इन ब्रीदिंग देखने नू मिलेगी। उसे दे रिगार्डिंग बॉडी एक रिस्पॉन्स क्रिएट करेगी, इनक्रीज्ड स्पूटम प्रोडक्शन। ਜਿਹੜਾ ਥੁੱਕ ਹੈ पेशेंट ਦੇ ਵਿੱਚ ਸਲਾਈਵਾ ਹੈ, ਸਕ੍ਰੀਸ਼ਨਸ ਨੇ ਉਹ ਵਧਣਗੀਆਂ, ਸਪਿਟ ਆਫ ਕਰੇਗਾ पेशेंट, ਥੁੱਕੇਗਾ, ਜਿਸ ਕਾਰਨ 에ਅਰਵੇ ਜਿਹੜਾ ਹੈ ਉਹ ਪੇਟੈਂਟ ਹੋ ਜਾਵੇਗਾ। ਤਾਂ ਹੁਣ ਤੱਕ ਆਪਾਂ ਨਿਮੋਨੀਆ ਦੀ ਪੈਥੋਲੋਜੀਕਲ ਚੇਂਜਸ, ਸਾਈਨ ਐਂਡ ਸਿਮਟਮ ਐਂਡ ਲੱਗਦੇ ਹੱਥ ਆਪਾਂ ਡਾਇਗਨੋਸਿਸ ਵੀ ਸਮਝ ਲਈਏ। ਚੈਸਟ ਐਕਸਰੇ ਹਮੇਸ਼ਾ ਦੀ ਤਰ੍ਹਾਂ ਜਿਵੇਂ ਕਿ ਤੁਸੀਂ ਮੇਰੀ ਰਾਈਟ ਸਾਈਡ 'ਤੇ ਦੇਖ ਰਹੇ ਹੋ ਕਿ ਨਿਮੋਨੀਆ ਦਾ ਚੈਸਟ ਐਕਸਰੇ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। CBC ਦੇ ਵਿੱਚ ਆਪਾਂ ਦੇਖਾਂਗੇ ਕਿ ਪੇਸ਼ੈਂਟ ਵਿੱਚ ਕਿਸ ਤਰ੍ਹਾਂ ਦਾ ਬੈਕਟੀਰੀਆ, ਕੀ ਉਹ ਸਟ੍ਰੈਪਟੋਕੋਕਸ ਨਿਮੋਨਾਈ ਹੈ, ਕੀ ਉਹ ਸਟੇਫਾਈਲੋਕੋਕਸ ਔਰੀਅਸ ਹੈ, ਕਲੈਬਸੀਐਲ ਹੈ, ਸਟੇਫਾਈਲੋਕੋਕਸ ਔਰੀਅਸ ਹੈ, ਸਿਊਡੋਮੋਨਾਸ ਹੈ, ਲੈਜੀਨਲ ਹੈ, ਕਿਹੜੇ ਕਿਹੜੇ ਬੈਕਟੀਰੀਆ ਪ੍ਰੈਜ਼ੈਂਟ ਨੇ, ਫੰਗਸ ਕਿਹੜੀ ਹੈ, ਉਸ ਅਕੋਰਡਿੰਗ ਹੀ ਡਾਕਟਰ ਜਿਹੜੇ ਨੇ ਆਪਣਾ ਟ੍ਰੀਟਮੈਂਟ ਉਹ ਸਟਾਰਟ ਕਰਨਗੇ। ठीक है जी, तो हुण आपां डिस्कस करांगे निमोनिया के ट्रीटमेंट एंड नर्सिंग डायग्नोसिस बारे। हाँ जी, एंड विच गल करिए अपनी ट्रीटमेंट मोडैलिटीज़ बारे, मैनेजमेंट बारे। तो सब तो पहला निमोनिया दे विच एंटीबायोटिक्स जिहड़ी मैडिसिन्स ने जिवें कि अमीनोग्लाइकोसाइड, मैक्रोलाइड, इन्हां दे उपर साडी ऑलरेडी एक वीडियो जिहड़ी है दोनों के बारे प्रेजेंट है, कंप्लीट नॉलेज है जी फार्माकोलॉजी बारे। मैं कहना तुहाडी परसनैलिटी निखार ही निखार आ जाएगा। वैनकोमाइसिन बारे तुहानूं जानना चाहिए क्योंकि ये मैडिसन मरसा जिहड़ा टॉपिक है, मरसा MRSA मरसा, यह MCQ गवर्नमेंट जॉब एग्जाम अपने जिहड़े हैं दैट इज़ एनक्लेक्स RN वास्ते भी इंपॉर्टेंट है, ठीक है, और नॉर्सेट एग्जाम वास्ते भी इंपॉर्टेंट है। मरसा मैथिसिलिन रेजिस्टेंट स्टेफाइलोकोकस ऑरियस, ऐसा स्टेफाइलोकोकस ऑरियस जिहड़ा कि मैथिसिलिन के प्रति रेजिस्टेंट है, एंटीबायोटिक के प्रति रेजिस्टेंट है, और दे लिए आपां यूज़ करांगे वैनकोमाइसिन। एंटी फंगल की गल करिए क्लिंडामाइसिन, एंटी वायरल मैडिसन जिहड़ी है वो देवांगे, और ऑक्सीजन थैरेपी की गल करिए तो आपां सब तो पहला इत्थे डिस्कस करांगे नर्सिंग डायग्नोसिस। तो मैं इत्थे तीन ही जिहड़े नर्सिंग डायग्नोसिस इंपॉर्टेंट है निमोनिया के रिलेटेड है, ठीक है, वो तुहानूं समझाउण वास्ते इत्थे दस रहे हाँ। इस तो इलावा जिहड़े सपोर्टिव नर्सिंग मैनेजमेंट नर्सिंग जिहड़ी है केयर है वो देनी हुंदी है, बट सब तो इंपॉर्टेंट जिहड़ा है वो इस टाइम डिसनिया है, इंपेयर्ड गैस एक्सचेंज रिलेटेड टू डिक्रीज्ड गैस एक्सचेंज। एयर जिहड़ी है एल्वोलाई तक पहुँच नहीं रही, एल्बोलाई जिहड़ी है ब्रोंकोस्पाज्म होया पिया है, एल्बोलाई खुद डैमेज हो चुकी है, सरफैक्टेंट उत्थे है नहीं है, इन्फेक्शन हो चुकी है। एक एल्बोलाइज तो हो नहीं रहा, बहुत सारे एल्बोलाइज हो रहे हैं। तो सब तो पहला पेशेंट नूं आपां ऑक्सीजन थैरेपी देवांगे, सैचुरेटेड ऑक्सीजन प्रोवाइड करांगे, आर्टीरियल ब्लड गैस मॉनिटरिंग ABG आर्टीरियल ब्लड गैस मॉनिटरिंग करांगे कि आर्टरी च कितना ब्लड है, पार्शल प्रैशर ऑफ ऑक्सीजन चैक करांगे, ठीक है जी, पल्स ऑक्सीमीटर के नाल। और अगर पेशेंट नूं नाल COPD है तो आपां जिहड़ी है ऑक्सीजन वो बहुत कंसनट्रेशन जिहड़ी है ध्यान दे नाल चैक करके देनी हुंदी है, क्योंकि इस दे नाल जिहड़ा है रेस्पिरेटरी अरेस्ट हो सकता है। क्यों हो सकता है वो मैं COPD की वीडियो ऑलरेडी दस्या हुआ है, तुहानूं वो वीडियो देखनी चाहिए है। सैकेंड नंबर पर है इनइफेक्टिव एयरवे क्लीयरेंस, ठीक है जी, एयरवे जिहड़ी है क्लीयरेंस इनइफेक्टिव है, जिहदे लई आपां की कर सकते हैं, सवेरे ही पेशेंट का जिहड़ा स्पूटम का सैंपल है वो आपां कलैक्ट कर सकते हैं, सो दैट जिहड़ा स्पैसीमन है सैंपल है उन्होंने आपां चैक कर सकीए सिक्रीशनस दे विच किहड़ा बैक्टीरिया, वायरस, फंगस जिहड़ी है वो प्रेजेंट है। और जिन्ना हो सके पेशेंट की सिक्रीशनस नूं आपां सक्शनिंग दे नाल ट्रीट करांगे। एयर नूं आले दुआले रूम दे विच ह्यूमिडीफाई करके रखांगे, स्टीमर लगा के, नैबूलाइजर लगा के पेशेंट नूं ह्यूमिडीफाई एयर जिहड़ी है प्रोवाइड की जाती है, ऑक्सीजन थैरेपी दी जाती है और सक्शनिंग वगैरह की जाती है। लास्ट डायग्नोसिस की गल करिए तो अक्यूट पेन रिलेटेड टू डिसनिया, इन्ना ज़्यादा कफ करन तो बाद, खांसी करन तो बाद, खंघण तो बाद इंटरकॉस्टल मसल्स, डायफ्राम मसल्स, बैक मसल्स, अबडोमिनल मसल्स जिहड़े ने वो फटीग हो जाएंगे, थक जाएंगे, तो पेशेंट नूं चैस्ट पेन, अक्यूट पेन महसूस होएगा। ऑबवियस है, तुसीं पढ़े हुए हो कि अपना एनाल्जेसिक पेन किलर मैडिसन देवांगे,
ਅਗਰ ਐਨਜੀ ਟਿਊਬ ਜਿਹੜੀ ਹੈ ਆਪਣਾ ਪੇਸ਼ੈਂਟ ਵਿੱਚ ਇਨਸਰਟਡ ਹੈ ਉਹਨੂੰ ਆਪਾਂ ਰੈਗੂਲਰਲੀ ਰੀਪਲੇਸ ਕਰਦੇ ਰਹਾਂਗੇ, ਉਹਦੀ ਕੇਅਰ ਕਰਾਂਗੇ। ਵਾਈਟਲ ਸਾਈਨਸ ਤਾਂ ਹਮੇਸ਼ਾ ਦੀ ਤਰ੍ਹਾਂ ਮੋਨੀਟਰ ਕਰਨੇ ਹੀ ਕਰਨੇ ਹਨ। ਐਨਰਜੈਸਿਕ ਤੋਂ ਇਲਾਵਾ ਆਪਾਂ ਹੀਟ ਐਪਲੀਕੇਸ਼ਨ ਦੇ ਨਾਲ ਵੀ ਪੇਸ਼ੈਂਟ ਦੀ ਸਿਕ੍ਰੀਸ਼ਨਸ ਨੂੰ ਡਾਇਲੂਟ ਕਰ ਸਕਦੇ ਹਾਂ, ਮਿਊਕੋਲਾਈਟਿਕ ਮੈਡੀਕੇਸ਼ਨ ਦੇ ਸਕਦੇ ਹਾਂ, ਔਰ ਆਪਣਾ ਸਭ ਤੋਂ ਸਿੰਪਲ ਸੈਮੀ ਸਿਟਿੰਗ ਪੋਜੀਸ਼ਨ ਫਾਊਲਰ ਪੋਜੀਸ਼ਨ ਜਿਹੜੀ ਹੈ ਪੇਸ਼ੈਂਟ ਨੂੰ ਦਿੱਤੀ ਜਾ ਸਕਦੀ ਹੈ। ਸੋ ਅੱਜ ਦੇ ਇਸ ਟੌਪਿਕ ਨਿਮੋਨੀਆ ਬਾਰੇ ਤੁਸੀਂ ਕਾਫੀ ਕੁਝ ਜਾਣਿਆ ਸਮਝਿਆ। ਜੇ ਤੁਹਾਨੂੰ ਇਹ ਵੀਡੀਓ ਕਾਫੀ ਹੈਲਪਫੁਲ ਲੱਗੀ, ਆਪਣੇ ਫਰੈਂਡਸ ਦੇ ਨਾਲ, ਕਲਾਸਮੇਟਸ ਨਾਲ, ਜੂਨੀਅਰਸ ਨਾਲ, ਸੀਨੀਅਰਸ ਨਾਲ ਮੈਕਸਿਮਮ ਸ਼ੇਅਰ ਕਰੋ। ਜੋ NCLEX RN ਦੀ ਤਿਆਰੀ ਕਰ ਰਹੇ ਹਨ, ਨੋਟ ਸੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ, BSc ਨਰਸਿੰਗ, GNM ਨਰਸਿੰਗ, ਪੋਸਟ ਬੇਸਿਕ ਨਰਸਿੰਗ ਦੇ ਸਟੂਡੈਂਟ ਹਨ, ਉਹਨਾਂ ਨੂੰ ਇਹ ਵੀਡੀਓ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਦੇ ਵਿੱਚ ਪੱਕਾ ਜਿਹੜੀ ਹੈ ਦੇਖਣੀ ਚਾਹੀਦੀ ਹੈ। ਥੈਂਕ ਯੂ ਫॉर ਵਾਚਿੰਗ, ਕੀਪ ਸਬਸਕ੍ਰਾਈਬਿੰਗ, ਕੀਪ ਸ਼ੇਅਰਿੰਗ।